ਵਾਹਿਗੁਰੂ ਸਾਹਿਬ ਜੀ। ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪਰਪੰਚ ਮੋਹ ਵਿਕਾਰ। ਨਾਨਕ ਸੋ ਆਰਾਧੀਐ, ਅੰਤ ਨ ਪਾਰਾਵਾਰ। ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ। ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਆਓ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਫਤਿਹ ਦਾ ਨਾਰਾ ਬੁਲੰਦ ਕਰੀਏ। ਦੋਨੋਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ ਕਿ ਗੁਰੂ ਕੇ ਸਿੱਖ ਦੇ ਸੀਸ ਦੇ ਉੱਤੇ ਇਹ ਜੋ ਦਮਾਲਾ ਸ਼ੋਭਦਾ ਹੈ, ਜੋ ਦਮਾਲਾ ਝੁੱਲ ਰਿਹਾ ਹੈ, ਇਹ ਦਮਾਲਾ ਕੇਵਲ ਕੱਪੜੇ ਦੇ ਚਾਰ ਲੜ ਹੀ ਨਹੀਂ, ਬਲਕਿ ਇਹ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਇੱਕ ਅਨਮੋਲਕ ਦਾਤ ਹੈ। ਇਹ ਉਹ ਅਨਮੋਲ ਦਾਤ ਹੈ ਜਿਸ ਅਨਮੋਲ ਦਾਤ ਨੇ ਗੁਰੂ ਕੇ ਸਿੱਖ ਨੂੰ ਗੁਰੂ ਕਾ ਸਰੂਪ ਬਖਸ਼ਣਾ ਹੈ। ਖਾਲਸਾ ਜੀ, ਮੈਂ ਬੇਨਤੀ ਕਰਾਂ ਕਿ ਸੀਸ ਤੇ ਦਮਾਲਾ ਚਲਾਉਣ ਤੋਂ ਪਹਿਲਾਂ ਯਤਨ ਕਰਿਆ ਕਰੋ ਕਿ ਦਮਾਲੇ ਨੂੰ ਵੀ ਇੱਕ ਵਾਰ ਮਸਤਕ ਨਾਲ ਜ਼ਰੂਰ ਲਾਇਆ ਕਰੋ, ਦਮਾਲੇ ਨੂੰ ਨਮਸਕਾਰ ਕਰਿਆ ਕਰੀਏ। ਕਿਉਂਕਿ ਇਹ ਦਮਾਲਾ ਇਹ ਵੀ ਧਨ ਹੈ, ਇਹ ਗੁਰੂ ਕੀ ਬਖਸ਼ੀ ਹੋਈ ਅਨਮੋਲ ਦਾਤ। ਇਹ ਦਮਾਲਾ ਵੀ ਧਨ ਹੈ ਜਿਸ ਦਮਾਲੇ ਨੇ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਿਸ ਦਮਾਲੇ ਨੇ ਸਾਨੂੰ ਕਲਗੀਧਰ ਪਾਤਸ਼ਾਹ ਦਾ ਸਰੂਪ ਬਖਸ਼ਣਾ। ਅਰਦਾਸ ਕਰੀਏ, ਪਾਤਸ਼ਾਹ ਸਾਨੂੰ ਆਪਣੇ ਇਸ ਦਮਾਲੇ ਦੇ ਲਾਇਕ ਵੀ ਬਣਾਈ। ਪਾਤਸ਼ਾਹ ਕਿਰਪਾ ਕਰੀ, ਦਮਾਲਾ ਚਲਾਉਣ ਲੱਗੇ ਹਾਂ ਸਾਡੀ ਸੰਸਾਰ ਤੇ ਸਾਡੀ ਲਾਜ ਰੱਖੀ, ਸਾਡੀ ਪੱਤ ਰੱਖੀ। ਅਸੀਂ ਦਮਾਲਾ ਸਜਾਇਆ ਹੈ, ਸਾਨੂੰ ਦਮਾਲੇ ਦੇ ਲਾਇਕ ਬਣਾਈ। ਗੁਰੂ ਸਰੂਪ ਖਾਲਸਾ ਜੀ, ਇਸੇ ਕਰਕੇ ਪੁਰਾਤਨ ਸਮੇਂ ਦੇ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਨਿਹੰਗ ਸਿੰਘ ਸੂਰਮਿਆਂ ਨੇ ਕੁਝ 94 ਸ਼ਬਦਾਂ ਦਾ ਜਾਪ ਕਰਿਆ ਕਰਨਾ ਦਮਾਲਾ ਚਲਾਉਣ ਵੇਲੇ ਕਿ ਸਤਿਗੁਰੂ ਸੰਸਾਰ ਤੇ ਸਾਡੀ ਪੱਤ ਰੱਖਣ, ਸਤਿਗੁਰੂ ਸੰਸਾਰ ਤੇ ਸਾਡੀ ਲਾਜ ਰੱਖਣ। ਹਰਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾਨੇ ਤੇਰੀ। ਜਿਨ੍ਹਾਂ ਸ਼ਬਦਾਂ ਦੇ ਜਾਪ ਨੂੰ ਅਸੀਂ ਅੱਜ ਸ਼ਲੋਕ ਦਮਾਲੇ ਦਾ ਕਹਿੰਦੇ ਹਾਂ, ਤੇ ਗੁਰੂ ਕੇ ਨਿਹੰਗ ਸਿੰਘ ਗੁਰੂ ਕੇ ਸਿੰਘ ਸੂਰਮੇ ਅੱਜ ਵੀ ਦਮਾਲਾ ਚਲਾਉਣ ਵੇਲੇ ਇਹਨਾਂ ਸ਼ਬਦਾਂ ਦਾ ਜਾਪ ਕਰਦੇ ਨੇ, ਸ਼ਲੋਕ ਦਮਾਲੇ ਦਾ ਬਾਣੀ ਦਾ ਅਭਿਆਸ ਕਰਦੇ ਨੇ। ਸਭ ਤੋਂ ਪਹਿਲਾ ਸ਼ਲੋਕ ਹੈ, ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪਰਪੰਚ ਮੋਹ ਵਿਕਾਰ। ਨਾਨਕ ਸਉ ਆਰਾਧੀਐ, ਅੰਤ ਨਾ ਪਾਰਾਵਾਰ। ਵੇਖੋ ਸ਼ਬਦ ਨੇ, ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪਰਪੰਚ ਮੋਹ ਵਿਕਾਰ। ਗੁਰੂ ਕਿਆ ਸਿੱਖਾ ਜਿਸ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਇਹ ਦਮਾਲਾ ਸੀਸ ਤੇ ਚਲਾ ਰਹੇ ਹਾਂ, ਜਿਸ ਗੁਰੂ ਦੀ ਦਾਤ ਨੂੰ ਸੀਸ ਦੇ ਵਿੱਚ ਚਲਾ ਰਹੇ ਹਾਂ, ਉਸ ਗੁਰੂ ਦੇ ਵਿੱਚ ਇਹ ਕਲਾ ਹੈ ਕਿ ਜਿਸ ਨੇ ਵੀ ਆਪਣੇ ਵਿਸ਼ਿਆਂ ਵਕਾਰਾਂ ਦਾ ਤਿਆਗ ਕੀਤਾ, ਜਿਨੇ ਆਪਣੀਆਂ ਅੱਖਾਂ ਤੋਂ ਤ੍ਰਿਸ਼ਨਾ ਦੀ ਪੱਟੀ ਉਤਾਰ ਦਿੱਤੀ, ਸਤਿਗੁਰੂ ਨੇ ਸੰਸਾਰ ਦੇ ਉੱਤੇ ਉਹਦੀ ਪੱਤ ਰੱਖ ਲਈ, ਸਤਿਗੁਰੂ ਨੇ ਸੰਸਾਰ ਦੇ ਉੱਤੇ ਉਹਦੀ ਲਾਜ ਰੱਖ ਲਈ, ਸਤਿਗੁਰੂ ਨੇ ਸੰਸਾਰ ਤੇ ਉਹਦਾ ਪਰਦਾ ਢੱਕ ਲਿਆ। ਬੇਨਤੀ ਕਰਾਂ ਕਿ ਦਮਾਲਾ ਚਲਾਉਣ ਵੇਲੇ ਇਨ੍ਹਾਂ ਸ਼ਬਦਾਂ ਨੂੰ ਮਨ ਦੇ ਵਿੱਚ ਵਸਾਈਏ ਕਿ ਪਰਤਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਪਰ ਮੈਂ ਬੇਨਤੀ ਕਰਾਂ ਕਿ ਸੰਸਾਰ ਦੇ ਵਿੱਚ ਵਿਸ਼ਿਆਂ ਵਕਾਰਾਂ ਦਾ ਤਿਆਗ ਕਿਵੇਂ ਹੋਏਗਾ? ਸੰਸਾਰ ਦੇ ਵਿੱਚ ਅੱਖਾਂ ਦੇ ਉੱਤੋਂ ਤ੍ਰਿਸ਼ਨਾ ਦੀ ਪੱਟੀ ਕਿਵੇਂ ਉਤਾਰੀ ਜਾਵੇਗੀ? ਜੇ ਵਿਸ਼ਿਆਂ ਵਕਾਰਾਂ ਦਾ ਤਿਆਗ ਕਰਨਾ ਹੈ, ਫਿਰ ਉਪਾਅ ਕੀ ਹੈ? ਉਪਾਅ ਹੈ ਨਾਨਕ ਸਉ ਆਰਾਧੀ ਹੈ, ਅੰਤ ਨਾ ਪਾਰਾਵਾਰ। ਬੰਦੇ ਬੰਦਗੀ ਇਖਤਿਆਰ,
ਸਾਹਿਬ ਰੋਸ ਧਰੋਂ ਕੇ ਪਿਆਰ। ਉਹਦਾ ਸਿਮਰਨ ਕਰ, ਉਹਦਾ ਨਾਮ ਜਪ, ਉਹਦਾ ਭਜਨ ਕਰ, ਜਿਹਦਾ ਸੰਸਾਰ ਦੇ ਤਖਤੇ ਤੇ ਅੰਤ ਨਹੀਂ ਪਾਇਆ ਜਾ ਸਕਦਾ। ਵੱਡੇ ਵੱਡੇ ਮੁਨ ਦੇਵ ਤੇ ਕਈ ਯੁੱਗ ਤਿਨੀ ਤਨ ਧਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਉਹਦਾ ਜਾਪ ਕਰ। ਤੇ ਜਦੋਂ ਉਹਨੇ ਪੱਤ ਰੱਖ ਲਈ, ਉਹਦਾ ਸਿਮਰਨ ਸ਼ੁਰੂ ਹੋ ਗਿਆ। ਤੇ ਅੱਗੇ ਸ਼ਬਦ ਨੇ, ਸਜੈ ਜੋ ਦਮਾਲਾ ਛੁਟੈ ਖੂਬ ਫਰਰਾ, ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ। ਕਿ ਜਦੋਂ ਜੀਵਨ ਉੱਚਾ ਸੁੱਚਾ ਹੋ ਗਿਆ, ਜਦੋਂ ਜੀਵਨ ਦੇ ਵਿੱਚ ਸਿਮਰਨ ਆ ਗਿਆ, ਭਜਨ ਆ ਗਿਆ, ਵਿਸ਼ਿਆਂ ਵਕਾਰਾਂ ਦਾ ਤਿਆਗ ਹੋ ਗਿਆ, ਫਿਰ ਸੱਚ ਹੈ ਕਿ ਸੀਸ ਤੇ ਝੁੱਲ ਰਹੇ ਦਮਾਲੇ ਨੇ ਤੈਨੂੰ ਗੁਰੂ ਕਾ ਸਰੂਪ ਜ਼ਰੂਰ ਬਖਸ਼ਣਾ ਹੈ। ਅੱਗੇ ਬਚਨ ਨੇ, ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਤੇ ਅਲਾਇਆ। ਸਾਨੂੰ ਦਮਾਲਾ ਕੇਵਲ ਇੱਕ ਕੱਪੜੇ ਦੇ ਚਾਰ ਲੜ ਪ੍ਰਤੀਤ ਨਾ ਹੋਣ। ਇਸੇ ਕਰਕੇ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਇਹਨਾਂ ਸ਼ਬਦਾਂ ਦੇ ਵਿੱਚ ਇਤਿਹਾਸ ਦੇ ਬੋਲ ਚੇਤੇ ਕਰਾਏ ਕਿ ਜਿਸ ਦਮਾਲੇ ਨੂੰ ਸੀਸ ਤੇ ਸਜਾ ਰਿਹਾ, ਇਹ ਦਮਾਲੇ ਨੂੰ ਕਦੇ ਗੁਰੂ ਹਰਗੋਬਿੰਦ ਸਾਹਿਬ ਨੇ ਸੀਸ ਤੇ ਸਜਾਇਆ। ਇਹ ਦਮਾਲਾ ਕਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੇ ਝੁਲਿਆ, ਔਰ ਇਹੋ ਦਮਾਲਾ ਇੱਕ ਦਿਨ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਸੀਸ ਤੇ ਝੁਲਿਆ। ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਲਾਇਆ। ਇਹ ਸ਼ਬਦ ਵਰਤੇ ਤੇ ਮੈਂ ਬੇਨਤੀ ਕਰਾਂ ਕਿ ਇਤਿਹਾਸ ਦੀ ਇਸ ਵਾਰਤਾ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਪਹਿਲੇ ਜਥੇਦਾਰ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ, ਉਹਨਾਂ ਨੇ ਵੀ ਆਪਣੀ ਲਿਖਤ ਗੁਰਪੁਰਬ ਪ੍ਰਕਾਸ਼ ਦੇ ਵਿੱਚ ਇਹਦਾ ਜ਼ਿਕਰ ਕੀਤਾ ਕਿ ਬਾਬਾ ਫਤਿਹ ਸਿੰਘ ਜੀ ਨੇ ਜਿਸ ਦਿਨ ਸੀਸ ਤੇ ਦਮਾਲਾ ਚਲਾਇਆ ਤੇ ਉਸ ਦਿਨ ਇੱਕ ਅਲੌਕਿਕ ਨਜ਼ਾਰਾ ਸੀ। ਉਹ ਸ਼ਬਦ ਵਰਤਦੇ ਨੇ, ਇੱਕ ਬਿਰੇ ਥਿਰੇ ਦੀਵਾਨ ਮਝਾਰਾ, ਲਗ ਸੁੱਤ ਫਤਿਹ ਸਿੰਘ ਗੁਰੂ ਪਿਆਰਾ। ਬਾਂਧ ਸੀਸ ਪੈ ਊਚ ਦਮਾਲਾ, ਚੱਕਰ ਸੋ ਲਗ ਖੰਡਾ ਬਿਦ ਧਾਰਾ। ਸਿਰੀ ਸਾਬ ਲਗੂ ਗਾਤਰੇ ਪਾਈ, ਕਮਰ ਮਾਹੇ ਸੁਭ ਪੇਟੀ ਲਾਈ। ਆਏ ਦੀਵਾਨ ਮਦ ਮੁਸਕਾਵਤ, ਸਤਿ ਸ਼੍ਰੀ ਅਕਾਲ ਗਜਾਵਤ। ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਲਿਖਦੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੀਵਾਨ ਲੱਗਾ। ਦੀਵਾਨ ਸਜਿਆ ਤੇ ਸਾਹਿਬਜ਼ਾਦਾ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਗੁਰੂ ਕੇ ਪਿਆਰੇ, ਗੁਰੂ ਕੇ ਲਾੜਲੇ, ਉਹ ਸੀਸ ਤੇ ਉੱਚਾ ਜਿਹਾ ਦਮਾਲਾ ਸਜਾ ਕੇ ਗੁਰੂ ਕੀ ਹਜ਼ੂਰੀ ਵਿੱਚ ਆਏ। ਦਮਾਲੇ ਦੇ ਉੱਤੇ ਚੱਕਰ ਲੱਗਾ, ਦਮਾਲੇ ਦੇ ਉੱਤੇ ਖੰਡਾ ਸੋਭ ਰਿਹਾ ਹੈ, ਦਮਾਲੇ ਦੇ ਉੱਤੇ ਤੋੜਾ ਲੱਗਾ ਹੋਇਆ ਹੈ, ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ। ਗਾਤਰੇ ਇੱਕ ਸ਼੍ਰੀ ਸਾਹਿਬ ਪਾਈ ਹੈ, ਸ਼੍ਰੀ ਸਾਹਿਬ ਲਘੂ ਗਾਤਰੇ ਪਾਈ। ਕਮਰ ਮਾਹੇ ਸੁ ਪੇਟੀ ਲਾਈ, ਕਮਰ ਕੱਸਾ ਬਾਬਾ ਫਤਿਹ ਸਿੰਘ ਜੀ ਨੇ ਸਜਾਇਆ ਹੋਇਆ ਹੈ। ਆਏ ਦੀਵਾਨ ਮਦ ਮੁਸਕਾਵਤ, ਦੀਵਾਨ ਦੇ ਵਿੱਚ ਆਏ, ਮੁਸਕਰਾਹਟ ਹੈ ਬੁੱਲੀਆਂ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਗਜਾਵਤ। ਅਕਾਲ ਅਕਾਲ ਗੁਰਵਰ ਅਕਾਲ ਦਾ ਜਾਪ ਉਚਾਰਨ ਕੀਤਾ। ਤੇ ਜਦੋਂ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਫਤਿਹ ਸਿੰਘ ਜੀ ਦੇ ਇਸ ਕੋਤਕ ਨੂੰ ਵੇਖਿਆ ਤੇ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਲਿਖਦੇ ਨੇ, ਪਿੱਖ ਸਰੂਪ ਕਲਗੀਧਰ ਪਿਆਰਾ, ਸ੍ਰੀ ਮੁਖ ਤੇ ਤਬ ਬਾਕ ਉਚਾਰਾ। ਪੁੱਤਰ ਅਕਾਲੀ ਵੇਖ ਤੁਮਾਰਾ, ਚੱਲੈ ਨਿਹੰਗ ਸਿੰਘ ਪੰਥ ਥਾਰਾ। ਤੇਹ ਦਿਨ ਤੇ ਕਈ ਸਿੰਘ ਦੁਮਾਲੇ, ਉਰਦ ਬਾਦ ਹੈ ਭਲੇ ਅਕਾਲੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਨਿਕਟ ਬੁਲਾਇਆ। ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਕਿਹਾ ਫਤਿਹ ਸਿੰਘਾ, ਤੇਰਾ ਜਿਹੜਾ ਭੇਖ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਭੇਖ ਹੈ ਤੇ ਸੱਚ ਹੈ, ਤੇਰੇ ਨਾਮ ਤੇ ਤੇਰੇ ਇਸ ਭੇਖ ਤੇ ਨਿਹੰਗ ਸਿੰਘ ਪੰਥ ਚੱਲੇਗਾ, ਅਕਾਲੀ ਪੰਥ ਚੱਲੇਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ। ਤੇ ਜਥੇਦਾਰ ਬਾਬਾ ਵਿਨੋਦ ਸਿੰਘ ਲਿਖਦੇ ਨੇ ਕਿ ਉਸ ਦਿਨ ਤੋਂ ਬਾਅਦ ਕਈਆਂ ਸਿੰਘਾਂ ਨੇ ਆਪਣੇ ਸੀਸ ਤੇ ਦਮਾਲੇ ਚਲਾਉਣੇ ਸ਼ੁਰੂ ਕੀਤੇ ਔਰ ਅਕਾਲ ਅਕਾਲ ਗੁਰਵਰ ਅਕਾਲ ਦੇ ਜਾਪ ਉਚਾਰਨ ਕੀਤੇ। ਉਸ ਤੋਂ ਬਾਅਦ ਸ਼ਬਦ ਵਰਤੇ ਕਿ ਜਿਸ ਪੰਥ ਦੀ ਸਾਜਨਾ ਕੀਤੀ, ਜਿਹੜਾ ਪੰਥ ਬਾਬਾ ਫਤਿਹ ਸਿੰਘ ਜਿਹੇ ਦਮਾਲੇ ਚਲਾਏਗਾ ਉਹ ਪੰਥ ਹੋਏਗਾ ਅਕਾਲੀ। ਜਿਸ ਪੰਥ ਦੇ ਵਿੱਚ ਜਿਹੜੇ ਸਿੰਘ ਸੂਰਮੇ ਹੋਣਗੇ ਉਹ ਵਿਸ਼ਿਆਂ ਵਕਾਰਾਂ ਦਾ ਤਿਆਗ ਕੀਤਾ ਹੋਇਆ ਹੋਏਗਾ, ਉਹਨਾਂ ਦੇ ਜੀਵਨ ਵਿੱਚ ਭਜਨ ਹੋਏਗਾ, ਉਹਨਾਂ ਦੇ ਜੀਵਨ ਦੇ ਵਿੱਚ ਬੰਦਗੀ ਹੋਏਗੀ ਔਰ ਉਹ ਇਹ ਗੱਲ ਕਹਿਣਗੇ ਕਿ ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ, ਕਿ ਅਸੀਂ ਅਕਾਲੀ ਹਾਂ। ਤੇ ਅਕਾਲੀ ਕਿਹੜੇ? ਅਕਾਲੀ ਵੀ ਉਹ ਕਮਲ ਜਿਉਂ ਜਲ ਮਾਇਆ ਵਿੱਚ ਰਹੇ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲਾ ਹੈ। ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਵਿਪਦਾ ਨੂੰ ਮੰਨੇ ਖੁਸ਼ਹਾਲੀ ਹੈ। ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ, ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ। ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ, ਪਿਤਾ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ।
ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਕਿਸੇ ਦਾ ਪੂਜਾ ਨਹੀਂ ਕਰੇਗਾ। ਕੇਵਲ ਤੇ ਕੇਵਲ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ। ਅੱਜ ਵੀ ਗੁਰੂ ਕੇ ਸਿੰਘ ਪੜ੍ਹਦੇ ਕਿ ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ, ਦੀਨ ਮਜ਼ਹਬ ਕਾ ਜੁੱਧ ਜੁਕੀਨਾ। ਕਿਉਂ ਪੰਥ ਨਿਆਰਾ ਹੈ? ਕਿਉਂਕਿ ਇਸ ਪੰਥ ਦੇ ਵਿੱਚ ਜਦੋਂ ਗੁਰੂ ਕੇ ਸਿੰਘ ਸ਼ਸਤਰਧਾਰੀ ਸੱਜਦੇ ਨੇ, ਦਮਾਲੇ ਸਜਾਉਂਦੇ ਨੇ, ਤੇ ਉਹਨਾਂ ਨੂੰ ਦੀਨ ਮਜ਼ਹਬ ਕਾ ਧਰਮ ਯੁੱਧ ਕਰਨ ਦੀ ਸਿੱਖਿਆ ਮਿਲਦੀ ਹੈ। ਖਾਲਸਾ ਸੋ ਕਰੈ ਨਿਤ ਜੰਗ। ਧਰਮ ਯੁੱਧ ਕਿਹੜਾ? ਹਿਰਦੇ ਦੇ ਵਿੱਚ ਨਿਤ ਕਾਮ ਹਮਲਾ ਕਰਦਾ ਹੈ, ਹਿਰਦੇ ਦੇ ਵਿੱਚ ਨਿਤ ਵਿਸ਼ੇ ਵਿਕਾਰ, ਪੰਜੇ ਵਿਕਾਰ ਹਮਲਾ ਕਰਦੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ ਨਿਤ ਹਮਲਾ ਕਰਦੇ ਨੇ। ਉਹਨਾਂ ਵਿਸ਼ਿਆਂ ਵਿਕਾਰਾਂ ਦੇ ਨਾਲ ਲੜਨ ਲਈ ਇਸ ਗੁਰੂ ਕੇ ਸਿੰਘ ਨੇ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ। ਹੱਥ ਦੇ ਵਿੱਚ ਖੰਡਾ ਹੈ ਨਾਮ ਦਾ, ਔਰ ਜੇ ਬਾਹਰ ਕੋਈ ਧਰਮ ਯੁੱਧ ਮੋਰਚਾ ਹੋਵੇ ਤੇ ਹੱਥ ਦੇ ਵਿੱਚ ਖੰਡਾ ਹੈ ਸਰਬ ਲੋ ਦਾ। ਛਈ ਮਈ ਮਾਰ ਦੂਰ ਸਭ ਕੀਨੀ, ਸਲੋਤਰ ਫੜਿਆ ਕਰਾਰਾ ਹੈ, ਗਗਨ ਮੰਡਲ ਮੈਂ ਬੁੰਗਾ ਹਮਾਰਾ, ਮਹਾਕਾਲ ਰਖਵਾਰਾ ਹੈ। ਜਦੋਂ ਵਿਸ਼ਿਆਂ ਵਿਕਾਰਾਂ ਨਾਲ ਜੰਗ ਹੋਈ, ਗੁਰੂ ਕੇ ਖਾਲਸੇ ਦੀ ਫਤਿਹ ਹੋਈ, ਤੇ ਫਿਰ ਪਿਆਰ ਵਾਲਿਓ ਇਸ ਦਸਮ ਦੁਆਰ ਰੂਪੀ ਗਗਨ ਮੰਡਲ ਦੇ ਵਿੱਚ ਜੋ ਬੁੰਗਾ ਸੱਜਦਾ, ਦਮਾਲੇ ਤੋਂ ਪਹਿਲਾਂ ਗੁਰੂ ਕੇ ਨਿਹੰਗ ਸਿੰਘ ਕੇਸਾਂ ਦੇ ਨਾਲ ਕੇਸ ਕੀ ਸਜਾਉਂਦੇ, ਜਿਹਨੂੰ ਆਪਾਂ ਬੁੰਗਾ ਕਹਿੰਦੇ ਆ। ਕਹਿੰਦੇ ਉਹ ਬੁੰਗਾ ਸੱਜਦਾ ਦਸਮ ਦੁਆਰ ਦੇ ਠੀਕ ਉੱਤੇ, ਤੇ ਉਸ ਬੁੰਗੇ ਦੇ ਉੱਤੇ ਹੱਥ ਹੈ ਮਿਹਰ ਭਰਿਆ ਉਸ ਮਹਾਕਾਲ ਦਾ। ਕਿਸ ਮਹਾਕਾਲ ਦਾ? ਮਹਾਕਾਲ ਕਾ ਸਰਬ ਰੂਪ, ਸ਼ਾਹ ਗੋਬਿੰਦ ਮਹਿਮਾ ਅਨੂਪ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਉਸ ਸੀਸ ਤੇ ਸੋਭ ਰਿਹਾ। ਸਿਰ ਪਰ ਮੁਕਟ, ਮੁਕਟ ਪਰ ਚੱਕਰ, ਆਇਆ ਅਜਬ ਹੁਲਾਰਾ ਹੈ। ਕਿਉਂਕਿ ਸੀਸ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਦਾ ਬਖਸ਼ਿਆ ਮੁਕਟ ਹੈ, ਤੇ ਉਸ ਮੁਕਟ ਦੇ ਉੱਤੇ ਚੱਕਰ ਸਜੇ ਹੋਏ ਨੇ, ਭਾਵ ਦਮਾਲੇ ਦੇ ਉੱਤੇ ਚੱਕਰ ਸਜੇ ਹੋਏ ਨੇ। ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗਿਆ ਸੀਸ ਹਮਾਰਾ ਹੈ, ਗੁਰੂ ਕਾ ਨਿਹੰਗ ਸਿੰਘ ਗੁਰੂ ਕਾ ਖਾਲਸਾ। ਹਮੇਸ਼ਾ ਦਸਤਾਰ ਸਜਾਉਣ ਤੋਂ ਬਾਅਦ ਇਹ ਗੱਲ ਕਰਦਾ ਹੈ ਕਿ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਸਦਾ ਹੀ ਸੀਸ ਨਵਾਉਂਦਾ। ਅੱਗੇ ਸ਼ਬਦ ਵਰਤੇ ਲਟਪਟ ਫਰਰੇ ਸੱਜ ਰਹੇ, ਗੁਰ ਸ਼ਬਦਨ ਕੀ ਭਈ ਚੰਕਾਰ। ਕਹਿੰਦੇ ਅੱਜ ਸਿੰਘਾਂ ਦੇ ਦਮਾਲਿਆਂ ਤੇ ਫਰਰੇ ਸੱਜ ਰਹੇ ਨੇ, ਮਹਾਕਾਲ ਕਾ ਰੂਪ ਪ੍ਰਗਟ ਹੋ ਰਹੇ ਨੇ। ਲਟਪਟ ਫਰਰੇ ਸੱਜ ਰਹੇ, ਗੁਰ ਸ਼ਬਦਨ ਕੀ ਭਈ ਚੰਕਾਰ। ਗੁਰੂ ਕੇ ਸ਼ਬਦਾਂ ਦਾ ਜਾਪ ਕਰ ਰਹੇ ਨੇ। ਇਹ ਸਭ ਸਿੱਖਿਆ ਕਿੱਥੋਂ ਮਿਲੀ? ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ ਸਭ ਕੁਲ ਲਿਆ ਉਧਾਰ। ਇਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਆ ਕੇ ਜਾਗ ਲਾਈ। ਅੰਤਰ ਜਾਮੀ ਮੋਰ ਪ੍ਰਭ ਸਭੇ ਜਾਣਨ ਹਾਰ, ਪੰਥ ਉਪਾਵਨਕਾਰ ਨੇ ਕਲਮੇ ਲਿਆ ਅਵਤਾਰ। ਜਿਨੇ ਪੰਥ ਨੂੰ ਪ੍ਰਗਟ ਕਰਨ ਦੇ ਲਈ ਕਲਯੁਗ ਦੇ ਵਿੱਚ ਅਵਤਾਰ ਧਾਰਨ ਕੀਤਾ। ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਸੋ ਸਤਿਗੁਰੂ ਨੇ ਕਿਰਪਾ ਕੀਤੀ, ਦਮਾਲੇ ਦੀ ਦਾਤ ਬਖਸ਼ੀ। ਸਾਡੇ ਵੱਡੇ ਵਡੇਰਿਆਂ ਨੇ ਸ਼ਬਦ ਚੁਣੇ। ਜਦੋਂ ਵਿਸ਼ਿਆਂ ਵਿਕਾਰਾਂ ਦਾ ਤਿਆਗ ਹੋਵੇ ਤੇ ਗੁਰੂ ਪੱਤ ਰੱਖਦਾ ਹੈ, ਜਦੋਂ ਗੁਰੂ ਪੱਤ ਰੱਖੇ ਗੁਰੂ ਕੀ ਦਾਤ ਮਿਲਦੀ ਹੈ, ਦਮਾਲੇ ਦੀ ਦਾਤ ਮਿਲਦੀ ਹੈ। ਜਿਹੜਾ ਦਮਾਲਾ ਸਾਨੂੰ ਗੁਰੂ ਕਾ ਸਰੂਪ ਬਖਸ਼ਦਾ ਹੈ। ਤੇ ਅੱਗੇ ਸ਼ਬਦ ਵਰਤੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਕਿ ਗੁਰੂ ਕਿਆ ਸਿੱਖਾ? ਸਦਾ ਹੀ ਤੇਰੇ ਸੀਸ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਹੱਥ ਹੈ, ਜਿਹੜਾ ਸਦਾ ਹੀ ਤੇਰੀ ਰੱਖਿਆ ਕਰਦਾ ਹੈ। ਉਹ ਪਰਮੇਸ਼ਵਰ, ਉਹ ਵਾਹਿਗੁਰੂ ਸਦਾ ਤੇਰੀ ਰੱਖਿਆ ਕਰਦਾ ਹੈ। ਜਿਸ ਨੂੰ ਰੋਜ਼ ਅਰਦਾਸ ਕਰਦਾ ਹੈ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਉਹ ਸਦਾ ਰੱਖਿਆ ਕਰਦਾ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਤੇਰੇ ਧਨ ਪਦਾਰਥ ਭਾਵ ਸੰਸਾਰ ਦੇ ਪਦਾਰਥਾਂ ਦੀ ਵੀ ਰੱਖਿਆ ਕਰਦਾ ਹੈ। ਤੇਰੇ ਅੰਦਰ ਦੀ, ਤੇਰੇ ਆਤਮਾ ਦੀ ਰੱਖਿਆ ਪਰਮਾਤਮਾ ਵਿਸ਼ਿਆਂ ਵਿਕਾਰਾਂ ਤੋਂ ਕਰਦਾ ਹੈ। ਸਰਵ ਰੱਖਿਆ ਗੁਰਦਿਆਲ ਹੈ। ਕੇਵਲ ਅੰਤਰ ਬਾਹਰ ਹੀ ਨਹੀਂ, ਬਲਕਿ ਹਰ ਪ੍ਰਕਾਰ ਦੀ ਸਹਾਇਤਾ, ਹਰ ਪ੍ਰਕਾਰ ਦੀ ਰੱਖਿਆ ਉਹ ਅਕਾਲ ਪੁਰਖ ਵਾਹਿਗੁਰੂ ਕਰਦਾ। ਤੇ ਨਾਲੇ ਤੇਰੇ ਦੁੱਖਾਂ ਤਕਲੀਫਾਂ ਦਾ ਖਾਤਮਾ ਕਰਦਾ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ। ਦੁੱਖ ਦਰਦ ਨੇੜੇ ਨਹੀਂ ਆਉਂਦਾ। ਭਗਤ ਵਛਲ ਅਨਾਥ ਨਾਥੇ, ਸਰਨ ਨਾਨਕ ਪੁਰਖ ਚੁਤਹ। ਇਸ ਕਰਕੇ ਉਹਦੀ ਸ਼ਰਨੀ ਆ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਜੁੜ। ਤੇ ਬੇਨਤੀ ਕਰਾਂ, ਜਦੋਂ ਦਮਾਲਾ ਸੀਸ ਤੇ ਝੁੱਲ ਜਾਵੇ ਨਾ, ਇਹ ਦਮਾਲਾ ਜੋ ਕਿ ਫਾਰਸੀ ਦਾ ਸ਼ਬਦ ਹੈ ਦੁੰਬਦ, ਖਾਲਸਾ ਜੀ ਉਦੋਂ ਬਖਸ਼ਿਆ ਜਾਂਦਾ ਸੀ ਜਦੋਂ ਕੋਈ ਪਹਿਲਵਾਨ ਕੁਸ਼ਤੀ ਦੇ ਅਖਾੜੇ ਦੇ ਵਿੱਚੋਂ ਫਤਿਹ ਕਰ ਆਉਂਦਾ ਸੀ। ਸਤਿਗੁਰੂ ਕਹਿੰਦੇ ਜਦੋਂ ਤੂੰ ਫਤਿਹ ਕਰ ਲਈ ਸੰਸਾਰ ਤੇ ਵਿਸ਼ਿਆਂ ਵਿਕਾਰਾਂ ਦੀ, ਤਾਂ ਗੁਰੂ ਨੇ ਤੈਨੂੰ ਦਮਾਲਾ ਬਖਸ਼ਿਆ। ਹਉ ਗੁਸਾਈ ਦਾ ਪਹਿਲਵਾਨੜਾ,
ਕਿ ਮੈਂ ਉਸ ਖਸਮ ਦਾ, ਉਸ ਪਿਆਰੇ ਦਾ ਪਹਿਲਵਾਨ ਆ। ਮੈਂ ਗੁਰਮਿਲ ਊਚ ਦਮਾਲੜਾ। ਜਦੋਂ ਮੈਂ ਗੁਰੂ ਨੂੰ ਮਿਲਿਆ ਤੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਉੱਚੇ ਦਮਾਲੇ ਦੀ ਦਾਤ ਬਖਸ਼ੀ। ਸਭ ਹੋਏ ਛਿੰਝ ਇਕੱਠੀਆ, ਦਿਓ ਬੈਠਾ ਵੇਖੈ ਆਪ ਜੀਓ। ਤੇ ਮੈਂ ਸੰਸਾਰ ਦੇ ਇਸ ਜਗਤ ਅਖਾੜੇ ਵਿੱਚ ਆਇਆ ਤੇ ਇੱਥੇ ਸਾਰੇ ਲੋਕ ਜਿਸ ਤਰ੍ਹਾਂ ਕੁਸ਼ਤੀ ਵੇਖਣ ਲਈ ਇਕੱਠੇ ਹੁੰਦੇ ਨੇ, ਇਹ ਮੇਰੇ ਜੀਵਨ ਰੂਪੀ ਕੁਸ਼ਤੀ ਨੂੰ ਵੇਖਣ ਲਈ ਇਕੱਠੇ ਹੋ ਗਏ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੇਖ ਰਿਹਾ ਹੈ। ਵਾਤ ਵੱਜਣ ਢਮਕ ਭੇਰੀਆਂ, ਤੇ ਜਿਵੇਂ ਨਗਾਰੇ ਵੱਜਦੇ ਨੇ, ਵਾਜੇ ਵੱਜਦੇ ਨੇ, ਢੋਲ ਵੱਜਦੇ ਨੇ, ਕਹਿੰਦੇ ਇੱਥੇ ਵੀ ਵਾਜਾ ਵੱਜਿਆ ਮਾਇਆ ਦਾ, ਤ੍ਰਿਸ਼ਨਾ ਦਾ। ਇੱਥੇ ਢੋਲ ਵੱਜਿਆ ਕ੍ਰੋਧ ਦਾ, ਇੱਥੇ ਨਗਾਰਾ ਵੱਜਿਆ ਕਾਮ ਦਾ। ਮਲ ਲੱਥੇ ਲੈਦੇ ਫੇਰੀਆ, ਪਰ ਗੁਰੂ ਦੀ ਕਿਰਪਾ ਦਾ ਸਦਕਾ ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜਿਓ। ਜਦੋਂ ਗੁਰੂ ਨੇ ਮੈਨੂੰ ਥਾਪੜਾ ਦਿੱਤਾ, ਗੁਰੂ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਤੇ ਮੈਂ ਪੰਜੇ ਵਿਸ਼ਿਆਂ ਵਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਧੂੜ ਚਟਾ ਦਿੱਤੀ, ਭਾਵ ਫਤਿਹ ਕਰ ਲਈ। ਤੇ ਅੱਗੇ ਸ਼ਬਦ ਵਰਤੇ, ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ। ਗੁਰਮੁਖ ਲਾਹਾ ਲੈ ਗਏ ਮਨਮੁਖ, ਚੱਲੇ ਮੂਲ ਗਵਾਏ ਜਿਓ। ਕਿ ਸੱਚ ਹੈ ਸੰਸਾਰ ਤੇ ਸਾਰੇ ਇਨਸਾਨ, ਸਾਰੇ ਮਨੁੱਖ ਇੱਕ ਸਾਥ ਇੱਕ ਤਰੀਕੇ ਨਾਲ ਸੰਸਾਰ ਤੇ ਜਨਮ ਲੈਂਦੇ ਨੇ, ਪਰ ਸੰਸਾਰ ਦੀ ਬਾਜੀ ਜਿੱਤ ਕੇ ਕੋਈ ਵਿਰਲਾ ਜਾਂਦਾ ਹੈ। ਜਿੱਤ ਕੇ ਉਹ ਜਾਂਦਾ ਹੈ ਜਿਹੜਾ ਗੁਰੂ ਵੱਲ ਮੁਖ ਕਰ ਲਵੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਈ ਜੀਓ। ਨਹੀਂ ਤੇ ਮਨ ਦੇ ਪਿੱਛੇ ਜਿਹੜਾ ਦੌੜਦਾ ਹੈ, ਵਿਸ਼ਿਆਂ ਵਕਾਰਾਂ ਪਿੱਛੇ ਦੌੜਦਾ ਹੈ, ਉਹ ਤੇ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਕੇ ਚਲਿਆ ਜਾਂਦਾ ਹੈ। ਸੋ ਇਸ ਕਰਕੇ ਯਤਨ ਕਰ, ਦਮਾਲਾ ਚਲਾਇਆ ਗੁਰੂ ਅੱਗੇ ਅਰਦਾਸ ਕਰਕੇ, ਤੂੰ ਵਰਨਾ ਚਿਹਨਾ ਬਾਹਰਾ। ਤੂੰ ਵਰਨ ਤੋਂ, ਜਾਤ ਪਾਤ ਤੋਂ ਨਿਆਰਾ ਹੈ, ਤੂੰ ਚਿਹਨਾ ਤੋਂ ਨਿਆਰਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਭਾਵੇਂ ਤੇਰਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ। ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ, ਪਰ ਫਿਰ ਵੀ ਹਰ ਦਿਸੇ ਹਾਜ਼ਰ ਜ਼ਾਹਰਾ। ਜਦੋਂ ਮੈਂ ਦਮਾਲਾ ਚਲਾ ਕੇ ਫਕੀਰੀ ਦਾ ਚਸ਼ਮਾ ਲਾਉਣਾ, ਫਿਰ ਮੈਨੂੰ ਹਰ ਜਗ੍ਹਾ ਤੂੰ ਹੀ ਨਜ਼ਰ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਅੱਗੇ ਸ਼ਬਦ ਵਰਤੇ ਕਿ ਸੁਣ ਸੁਣ ਤੁਜੈ ਧਿਆਏ ਦੇ, ਤੇਰੇ ਭਗਤ ਰਤੇ ਗੁਣ ਤਿਆਸ ਜਿਓ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਦੋਂ ਪਰਮਾਤਮਾ ਦੇ ਗੁਣ ਸੁਣਦੇ ਨੇ, ਪਰਮਾਤਮਾ ਦੀ ਸੋਭਾ ਸੁਣਦੇ ਨੇ, ਤੇ ਉਹਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ। ਕਿਰਪਾ ਕਰ ਵਾਹਿਗੁਰੂ, ਮੈਂ ਵੀ ਤੇਰੇ ਚਰਨਾਂ ਵਿੱਚ ਸੇਵਾ ਕਰਦਾ। ਮੈਂ ਜੁਗ ਜੁਗ ਦਇਆ ਸੇਵੜੀ, ਮੈਂ ਸਦਾ ਤੇਰੇ ਚਰਨਾਂ ਦੇ ਵਿੱਚ ਸੇਵਾ ਕਰਦਾ। ਕਿਉਂ? ਗੁਰ ਕੱਟੀ ਮਿਹਡੀ ਜੇਵੜੀ। ਗੁਰੂ ਨੇ ਮੇਰੀ ਜਮਾਂ ਦੀ ਫਾਹੀ ਕੱਟ ਦਿੱਤੀ, ਗੁਰੂ ਨੇ ਕਿਰਪਾ ਕੀਤੀ, ਮੇਰੀ ਪੱਤ ਰੱਖ ਲਈ, ਮੇਰੀ ਲਾਜ ਰੱਖ ਲਈ। ਹਉ ਬਹੁੜ ਛਿੰਝ ਨਾ ਨੱਚਊ, ਨਾਨਕ ਅਵਸਰ ਲੱਦਾ ਭਾਲ ਜਿਓ। ਤੇ ਹੁਣ ਮੈਨੂੰ ਦੁਬਾਰਾ ਇਸ ਗੇੜ ਦੇ ਵਿੱਚ ਨਹੀਂ ਆਉਣਾ ਪਏਗਾ 84 ਲੱਖ ਜੂਨ ਦੇ। ਕਿਉਂ? ਕਿਉਂਕਿ ਸੀਸ ਤੇ ਗੁਰੂ ਦਾ ਬਖਸ਼ਿਆ ਹੋਇਆ ਦਮਾਲਾ ਸਜਾ ਕੇ, ਭਜਨ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ ਮੈਂ ਵਿਸ਼ਿਆਂ ਵਕਾਰਾਂ ਨੂੰ ਜਿੱਤ ਕੇ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾ ਰਿਹਾ। ਸੋ ਪਿਆਰਿਓ, ਇਹ ਗੁਰੂ ਦਾ ਦਮਾਲਾ, ਇਹ ਬਖਸ਼ੀ ਦਾਤ ਗੁਰੂ ਸਾਹਿਬ ਦੀ, ਇਹ ਅੰਦਰ ਦਾ ਸਫ਼ਰ ਤੈਅ ਕਰਨ ਦੀ ਜਾਚ ਸਿਖਾਉਂਦੀ ਹੈ। ਗੁਰੂ ਕਾ ਦਮਾਲਾ ਸਾਨੂੰ ਸਿਮਰਨ ਭਜਨ ਕਰਨ ਦੀ ਜਾਗ ਲਾਉਂਦਾ ਏ। ਇਸੇ ਕਰਕੇ ਸਾਡੇ ਪੂਰਵਜ ਹਮੇਸ਼ਾ ਗੁਰੂ ਕੇ ਨਿਹੰਗ ਸਿੰਘ ਸੂਰਮੇ ਦਮਾਲਾ ਚਲਾਉਣ ਵੇਲੇ ਇਨ੍ਹਾਂ ਸ਼ਬਦਾਂ ਦਾ ਜਾਪ ਕਰਦੇ ਸਨ ਕਿ ਅਸੀਂ ਦਮਾਲਾ ਚਲਾਉਣ ਵੇਲੇ ਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਮੌਜੂਦਗੀ ਨੂੰ ਮਹਿਸੂਸ ਕਰ ਸਕੀਏ। ਸੋ ਸਤਿਗੁਰ ਕਿਰਪਾ ਕਰਨ, ਸਾਨੂੰ ਦਮਾਲੇ ਚਲਾਉਣ ਦੀ ਜਾਚ ਆਵੇ, ਸਾਨੂੰ ਦਮਾਲੇ ਦੇ ਲਾਇਕ ਆਪਣਾ ਜੀਵਨ ਬਣਾਉਣ ਦੀ ਜਾਚ ਆਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ। ਵਿਚਾਰ ਕਰਦੇ ਅਨੇਕਾਂ ਭੁੱਲਾਂ ਹੋਈਆਂ, ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਇਤਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।